ਸਾਹਿਬ ਜੀਓ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਨਾ ਸਾਸ ਗਿਰਾਸ ਨਾ ਬਿਸਰੈ, ਹਰ ਨਾਮਾ ਮਨ ਮੰਤ। ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਗੁਰਮੁਖ ਮਾਈ ਭਾਈ, ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ, ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ, ਕੌਣ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਹਾਜ਼ਰੀਆਂ ਭਰ ਰਹੇ ਹੋ। ਭਲੀ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਵਿਦਿਤ ਹੈ ਕਿ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ, ਤਤ ਵੇਤੇ ਪਵਿੱਤਰ ਆਤਮਾ, ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਬਾਨੀ ਜਵੱਦੀ ਟਕਸਾਲ, ਉਹਨਾਂ ਸਤਿਪੁਰਖਾਂ ਦੀ ਸਾਲਾਨਾ ਸਿਮਰਤੀ ਦੇ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ। ਬਹੁਤ ਸਾਰੇ ਵਿਦਵਾਨ, ਗੁਰਮੁਖ ਪਿਆਰੀਆਂ, ਨਾਮ ਵਿੱਚ ਰੰਗੀਆਂ ਰੂਹਾਂ, ਸਤਿਕਾਰਯੋਗ ਸਿੰਘ ਸਾਹਿਬਾਨ ਜੀ ਆਪ ਜੀਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕਰਕੇ ਗਏ ਨੇ। ਗੁਰਬਾਣੀ ਜੀ ਦਾ ਰਸ ਭਿੰਨਾ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸ਼ਰਵਣ ਕਰ ਰਹੇ ਸੀ। ਸੋ ਸਾਧ ਸੰਗਤ ਜੋ ਸੰਸਾਰ ਵਿੱਚ ਮਰਯਾਦਾ ਨੂੰ ਕਾਇਮ ਕਰਨ ਦੇ ਵਾਸਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਮੇਂ-ਸਮੇਂ 'ਤੇ ਐਸੇ ਮਹਾਂਪੁਰਖਾਂ, ਗੁਰੂ ਦੇ ਪਿਆਰੇ ਗੁਰਮੁਖਾਂ ਨੂੰ ਡਿਊਟੀਆਂ ਲਾ ਕੇ ਭੇਜਦਾ ਹੈ।
ਜੋ ਵੀ ਕੋਈ ਜੀਵ ਆਉਂਦਾ, ਹਰ ਕਿਸੇ ਦੀ ਆਪੋ ਆਪਣੀ ਡਿਊਟੀ ਹੋਇਆ ਕਰਦੀ। ਉਸ ਡਿਊਟੀ ਨੂੰ ਪੂਰੀਆਂ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜਾ ਕੇ ਜੀਵ ਸਾਰੇ ਲੀਨ ਹੋ ਜਾਂਦੇ ਨੇ। ਪਰੰਤੂ ਜਿਹੜਾ ਸੰਤ ਹੈ, ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਵਿਦਵਾਨਾਂ ਦਾ ਇਹ ਕਥਨ ਵੀ ਜਿਹੜੇ ਸੰਤ ਤਾਂ ਕੇਵਲ ਪਰਮਾਤਮਾ ਹੈ, ਸੰਤ ਤਾਂ ਕੇਵਲ ਗੁਰੂ ਸਾਹਿਬ ਹੀ ਹਨ, ਗੁਰੂ ਤੋਂ ਬਿਨਾਂ ਕੋਈ ਸੰਤ ਨਹੀਂ ਹੋ ਸਕਦਾ ਹੈ। ਗੁਰਬਾਣੀ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਜਦੋਂ ਬਚਨ ਪੜ੍ਹਦੇ ਹਾਂ, 4 ਥਾਵਾਂ ਤੇ ਸੰਤ ਪਦ ਆਉਂਦਾ। ਚਾਰੇ ਥਾਵਾਂ ਤੇ ਸੰਤ ਪਦ ਦੇ ਜਿਹੜੇ ਅਰਥ ਵੱਖੋ ਵੱਖਰੇ ਹਨ। ਜਿੱਥੇ ਸਤਿਗੁਰੂ ਦੇ ਪਾਵਨ ਬਚਨ ਨੇ, ਹਮਰੋ ਭਰਤੋ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਉਥੇ ਸੰਤ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ। ਸਾਡਾ ਸਾਰੇ ਜੀਵਾਂ ਦਾ ਭਰਤਾ ਜੋ ਪਤੀ ਪਰਮਾਤਮਾ ਵਾਹਿਗੁਰੂ ਹੈ, ਸ਼ਾਂਤ ਸਰੂਪ ਹੈ, ਉਹ ਪਰਮਾਤਮਾ ਨੂੰ ਸੰਤ ਕਹਿੰਦੀ ਹੈ ਗੁਰਬਾਣੀ। ਜਿੱਥੇ ਸਤਿਗੁਰੂ ਦੇ ਪਾਵਨ ਅਸੀਂ ਬਚਨ ਪੜ੍ਹਦੇ ਹਾਂ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਖਸ਼ ਨਖ ਬਿਦਰਿਓ। ਅਸੀਂ ਕਹਿ ਦਿੰਦੇ ਵੀ ਜਿਹੜਾ ਪ੍ਰਹਿਲਾਦ ਇਹ ਭਗਤ ਹੋਇਆ ਪਰਮਾਤਮਾ ਦਾ, ਉਹਨੇ ਭਗਤੀ ਕੀਤੀ ਜ਼ਿੰਦਗੀ ਵਿੱਚ, ਪਰਮਾਤਮਾ ਦੇ ਵਿੱਚ ਭਗਤੀ ਕਰਕੇ ਲੀਨ ਹੋ ਗਿਆ, ਭਗਤ ਹੈ। ਪਰੰਤੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਭਗਤੀ ਕਰਨ ਵਾਲੇ ਨੂੰ ਸੰਤ ਦਾ ਨਾਮ ਦਿੱਤਾ ਕਿ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਇਸ ਲਈ ਭਗਤਾਂ ਨੂੰ ਵੀ ਗੁਰਬਾਣੀ ਸੰਤ ਕਹਿੰਦੀ ਹੈ। ਜਦੋਂ ਬਚਨ ਪੜ੍ਹਦੇ ਹਾਂ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਉੱਥੇ ਜਿਹੜਾ ਸੰਤ ਪਦ ਹੈ, ਇਹ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਸਤੇ ਵਰਤਿਆ ਹੈ। ਇਸ ਲਈ ਗੁਰਬਾਣੀ ਨੇ ਗੁਰੂ ਨੂੰ ਸੰਤ ਦਾ ਨਾਮ ਦਿੱਤਾ ਹੈ। ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਿਆਰੇ ਬਚਨ ਰੋਜ਼ਾਨਾ ਅਸੀਂ ਨਿਤਨੇਮ ਦੀ ਬਾਣੀ ਦੇ ਵਿੱਚ ਪੜ੍ਹਦੇ, ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ। ਉੱਥੇ ਜਿਹੜਾ ਸੰਤ ਪਦ ਵਰਤਿਆ ਹੈ, ਉਹ ਗੁਰੂ ਦੇ ਪਿਆਰ ਵਾਲੇ ਗੁਰਸਿੱਖਾਂ, ਜਿਵੇਂ ਆਪ ਜੀ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਹੋ, ਆਪ ਜੀ ਗੁਰਮੁਖ ਰੂਹਾਂ ਨੂੰ ਸੰਤ ਪਦ ਦਾ ਨਾਮ ਸਤਿਗੁਰੂ ਨੇ ਦਿੱਤਾ ਹੈ। ਇਸ ਲਈ ਪਰਮਾਤਮਾ ਵੀ ਸੰਤ ਹੈ, ਭਗਤ ਭਗਤੀ ਕਰਨ ਵਾਲੇ ਵੀ ਸੰਤ ਹਨ, ਤੇ ਗੁਰੂ ਸਾਹਿਬ ਵੀ ਸੰਤ ਨੇ, ਤੇ ਗੁਰੂ ਦੇ ਪਿਆਰੇ ਵੀ ਸੰਤ ਹਨ। ਸੰਤ ਦਾ ਕਰਮ ਕੀ ਹੋਇਆ ਕਰਦਾ, ਕਿਸ ਵਾਸਤੇ ਸੰਤ ਆਉਂਦਾ ਹੈ ਦੁਨੀਆ ਦੇ ਵਿੱਚ। ਅੱਜ ਅਸੀਂ ਉਸ ਪਵਿੱਤਰ ਆਤਮਾ ਦੀ ਯਾਦ ਵਿੱਚ ਜੁੜੇ ਹਾਂ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸਖਿਆਤ ਕਰਕੇ ਵਿਖਾਇਆ। ਪੰਜਵੇਂ ਪਿਤਾ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਸੁੰਦਰ ਬਚਨ ਆਖੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਸੰਤ ਦਾ ਕਰਮ ਹੁੰਦਾ ਕਿ ਟੁੱਟੇ ਹੋਏ ਜੀਵ ਨੂੰ ਧਰਮੀ ਬਣਾ ਦੇਣਾ, ਧਰਮ ਦੇ ਵਿੱਚ ਪਰਪੱਕ ਕਰਕੇ ਮਰਜ਼ਾਦਾ ਪੁਰਸ਼ੋਤਮ ਕਿਸੇ ਦਾ ਜੀਵਨ ਬਣਾ ਕਰਕੇ ਫਿਰ ਧਰਮ ਖੰਡ ਦੇ ਤੱਕ ਉਹਨੂੰ ਲੈ ਜਾਣਾ, ਇਹ ਸੰਤ ਦਾ ਕਰਮ ਹੈ। ਤੇ ਧਰਮ ਖੰਡ ਦੀ ਜਿਹੜੀ ਉਸ ਪੌੜੀ ਦੇ ਤੱਕ ਜਾਣ ਵਾਸਤੇ, ਧਰਮ ਖੰਡ ਦੇ ਤੱਕ ਆਪਣੀ ਪਹੁੰਚ ਬਣਾਉਣ ਵਾਸਤੇ ਕੁਝ ਕਰਨਾ ਪਵੇਗਾ। ਸੰਤ ਕਾ ਮਾਰਗ ਧਰਮ ਕੀ ਪੌੜੀ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੱਚੇ ਕੋਠੇ ਹੋਇਆ ਕਰਦੇ,
ਹਰ ਘਰ ਦੇ ਵਿੱਚ ਇੱਕ ਇੱਕ ਪੌੜੀ ਲੱਕੜ ਦੀ ਰੱਖੀ ਜਾਂਦੀ ਸੀ। ਉਹ ਪੌੜੀ ਕੀ ਕਰਦੀ, ਹੇਠਾਂ ਖੜੇ ਮਨੁੱਖ ਨੂੰ ਕੋਠੇ ਤੇ ਜਾਣ ਦਾ ਸਹਾਰਾ ਦਿੰਦੀ, ਕੋਠੇ ਦੇ ਉੱਪਰ ਚੜ੍ਹੇ ਹੋਏ ਨੂੰ ਹੇਠਾਂ ਉਤਰਨ ਦਾ ਸਾਧਨ ਬਣਦੀ ਸੀ। ਨੀਵੇਂ ਨੂੰ ਉੱਚਿਆਂ ਕਰ ਦੇਣਾ, ਉੱਚੇ ਨੂੰ ਹੇਠਾਂ ਨੀਵੇਂ ਥਾਵੇਂ ਲਿਆਉਣਾ, ਇਹ ਕਰਮ ਪੌੜੀ ਦਾ ਹੈ। ਜਿਹੜੀਆਂ ਉਹ ਪੌੜੀਆਂ ਲੱਕੜ ਦੀਆਂ ਹੋਇਆ ਕਰਦੀਆਂ, ਉਹਦੇ ਵਿੱਚ 3 ਚੀਜ਼ਾਂ ਲੱਗਦੀਆਂ ਸਨ। 2 ਬਾਂਸ ਦੀਆਂ ਪੁਲਾਂਘਾਂ ਲੱਗਦੀਆਂ, ਤੇ ਜਿੰਨਾ ਕੋ ਕੋਠਾ ਉੱਚਾ ਹੋਣਾ 5-7 ਡੰਡੇ ਲੱਗਦੇ। ਦੋਹਾਂ ਨੂੰ ਜੋੜਨ ਵਾਸਤੇ ਤੀਸਰੀਆਂ ਮੇਖਾਂ ਹੁੰਦੀਆਂ, ਲੋਹੇ ਦੇ ਕਿੱਲ ਹੋਇਆ ਕਰਦੇ। ਜਦੋਂ 3 ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਪੌੜੀ ਬਣ ਜਾਂਦੀ। ਫਿਰ ਮਨੁੱਖ ਨੂੰ ਕੋਠੇ ਤੇ ਚੜ੍ਹਨਾ ਉਤਰਨਾ ਕੋਈ ਔਖਾ ਨਹੀਂ ਹੁੰਦਾ ਸੀ। ਇੱਧਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਜਿਹੜਾ ਸੰਤ ਹੈ ਸਿਮਰਨ ਕਰਨ ਵਾਲਾ, ਜਿਹਦਾ ਅੰਦਰ ਟਿਕ ਚੁੱਕਿਆ ਹੈ ਸਿਮਰਨ ਕਰਦੇ ਦਾ, ਤਾਂ ਉਹਦਾ ਸਾਧ ਸੰਗਤ ਇੱਕ ਇੱਕ ਜਿਹੜਾ ਬਚਨ ਧਰਮ ਖੰਡ ਦੇ ਵੱਲ ਨੂੰ ਲੈ ਕੇ ਜਾਣ ਵਾਸਤੇ ਪੌੜੀ ਦਾ ਕਰਮ ਕਰਦਾ ਹੈ। ਸੰਤ ਦੇ ਜੀਵਨ ਦੇ ਵਿੱਚ ਐਸੀ ਪੌੜੀ ਕਿਹੜੀ ਬਣ ਜਾਂਦੀ, ਜਿਹਦੇ ਤੇ ਚੜ੍ਹਾ ਕਰਕੇ ਜੀਵਾਂ ਨੂੰ ਧਰਮ ਖੰਡ ਦੇ ਵਾਸੀ ਬਣਾ ਦਿੰਦੇ ਨੇ। ਮਹਾਂਪੁਰਖ ਦੇ ਜੀਵਨ ਵਿੱਚ ਇੱਕ ਵੈਰਾਗ ਤੇ ਦੂਸਰਾ ਵਿਵੇਕ। ਵੈਰਾਗ ਹੁੰਦਾ ਸਾਧ ਸੰਗਤ ਜੀ, ਤਰ ਤੀਬਰ ਤਰ ਤਮ ਵੈਰਾਗ। ਮਾਤ ਲੋਕ ਦੇ ਪਦਾਰਥਾਂ ਤੋਂ ਲੈ ਕੇ ਬ੍ਰਹਮ ਲੋਕ ਦੇ ਜਿਤਨੇ ਪਦਾਰਥ ਨੇ, ਸਾਰਿਆਂ ਨੂੰ ਕਾਂ ਦੀ ਬਿਸ਼ਟਾ ਦੇ ਸਮਾਨ ਜਾਣ ਕੇ ਨਿਕੰਮੇ ਛੱਡ ਦੇਣਾ, ਉਹਨੂੰ ਵੈਰਾਗੀ ਕਹਿੰਦੇ ਨੇ। ਅਸਲ ਵਿੱਚ ਜਿਹਨੂੰ ਐਸਾ ਵੈਰਾਗ ਲੱਗ ਜਾਂਦਾ, ਦੁਨੀਆ ਦੀ ਮੋਹ ਮਮਤਾ ਉਹਨੂੰ ਆਪਣੇ ਵੱਲ ਨਹੀਂ ਖਿੱਚ ਸਕਦੀ ਹੈ। ਵੈਰਾਗ ਹੋਣਾ ਅਤੀ ਜ਼ਰੂਰੀ ਹੈ। ਫਿਰ ਦੂਸਰੇ ਨੰਬਰ ਤੇ ਆ ਜਾਂਦਾ ਵਿਵੇਕ। ਇਹਦਾ ਅਰਥ ਬਣਦਾ ਕਿ ਬਿਬ ਏਕ, ਦੋ ਤੋਂ ਇੱਕ ਹੋ ਜਾਣਾ। ਜੀਵ ਈਸ਼ ਕੀ ਏਕਤਾ ਕੋ ਗਿਆਨ ਕਹੀਏ ਹੈ। ਐਸੀ ਜਿਹੜੀ ਏਕਤਾ ਦਾ ਗਿਆਨ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਪਰਮੇਸ਼ਰ ਵਾਹਿਗੁਰੂ ਦਾ ਸਰੂਪ ਦਾ ਗਿਆਨ ਦਾ ਲਖਤਾ ਹੋ ਜਾਣਾ, ਇਹ ਵਿਵੇਕ ਹੈ। ਸੰਤ ਦੇ ਜੀਵਨ ਵਿੱਚ ਵੈਰਾਗ ਤੇ ਵਿਵੇਕ ਦੀਆਂ 2 ਪਲਾਂਘਾਂ ਹੁੰਦੀਆਂ ਨੇ। ਉਹਦੇ ਜੀਵਨ ਵਿੱਚ ਵੈਰਾਗ ਵੀ ਡੁੱਲ ਡੁੱਲ ਕੇ ਪੈਂਦਾ, ਕਿਉਂਕਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਜਦੋਂ ਜੀਵਨ ਪੜ੍ਹਦੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰ ਵਿੱਚ ਭਿੱਜ ਕਰਕੇ ਸਤਿਗੁਰੂ ਦੀ ਕਥਾ ਲਿਖੀ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਾਰੀ ਅਵਸਥਾ, ਸਾਰੀ ਜ਼ਿੰਦਗੀ ਕਦੇ ਹੱਸਦਿਆਂ ਨਹੀਂ ਵੇਖਿਆ ਸੀ। ਇੰਨਾ ਵੈਰਾਗ, ਹਰ ਸਮੇਂ ਨੇਤਰਾਂ 'ਚੋਂ ਵੈਰਾਗ ਦੇ ਆਂਸੂ ਡਿੱਗਦੇ ਰਹਿੰਦੇ, ਤੇ ਪਿਤਾ ਸਤਿਗੁਰੂ ਦਾ ਲੰਬਾ ਦਾੜਾ ਜਿਹੜਾ ਵੈਰਾਗ ਦੇ ਆਂਸੂਆਂ ਨਾਲ ਹੀ ਭਿੱਜ ਜਾਂਦਾ। ਇੰਨਾ ਵੈਰਾਗ ਸੀ ਗੁਰੂ ਦੇ ਮਨ ਅੰਦਰ। ਜਿਹੜਾ ਅੱਗੇ ਉਹ ਗੁਰੂ ਦਾ ਸਿੱਖ ਬਣੇਗਾ, ਗੁਰੂ ਦੀ ਸਿੱਖਿਆ ਤੇ ਚੱਲੇਗਾ, ਫਿਰ ਕਿਵੇਂ ਨਾ ਉਹਦੇ ਅੰਦਰ ਵੈਰਾਗ ਹੋਵੇ। ਸੰਤ ਦੇ ਅੰਦਰ ਵੈਰਾਗ, ਦੂਸਰੇ ਨੰਬਰ ਤੇ ਵਿਵੇਕ, ਜੀਵ ਈਸ਼ ਦੀ ਏਕਤਾ ਦਾ ਗਿਆਨ ਹੁੰਦਾ। ਇਹ 2 ਬਾਂਸ ਦੀਆਂ ਪੁਲਾਂਘਾਂ ਹੋਇਆ ਕਰਦੀਆਂ। ਫਿਰ ਉਸ ਨੂੰ ਅੱਗੇ ਡੰਡੇ ਲੱਗਦੇ ਨੇ ਪੌੜੀ ਬਣਾਉਣ ਵਾਸਤੇ। ਇੱਧਰ ਗਿਆਨ ਦੀਆਂ 7 ਭੂਮਿਕਾ ਨੇ। ਸੁਭ ਇੱਛਾ, ਸੋ ਵਿਚਾਰਨਾ, ਤਨੁ ਮਾਨਸਾ, ਸਤਵਾ ਪਤ, ਅਸੰਗ ਸਕਤ, ਪਦਾਰਥਾ ਭਾਵਨੀ ਤੇ ਤੁਰੀਆ। ਇਹ ਜਿਹੜੀਆਂ 7 ਅਵਸਥਾ ਨੇ, ਇਹ 7 ਅਵਸਥਾ ਦੇ ਡੰਡੇ ਹਨ। ਸਿਮਰਨ ਕਰਨ ਵਾਲਾ ਗੁਰੂ ਦਾ ਪਿਆਰਾ, ਉਹ ਇਹਨਾਂ ਅਵਸਥਾ ਨੂੰ ਆਪਣੀ ਜ਼ਿੰਦਗੀ ਵਿੱਚ ਲੰਘ ਕੇ ਜਾਂਦਾ ਹੈ। ਕਿਉਂਕਿ ਮਹਾਂਪੁਰਖਾਂ ਨੇ ਇਸ ਸਥਾਨ ਦੇ ਉੱਤੇ ਬਹੁਤ ਆਪ ਸਿਮਰਨ ਪਹਿਲਾਂ ਕੀਤਾ,
ਤੇ ਫਿਰ ਸੰਗਤਾਂ ਨੂੰ ਅੰਮ੍ਰਿਤ ਵੇਲੇ ਇੱਥੇ ਇਕੱਤਰ ਕਰਕੇ ਸਿਮਰਨ ਦੇ ਵਿੱਚ ਜੋੜਿਆ ਕਰਦੇ। ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਇੱਕ ਵਾਰ ਬਚਨ ਸੁਣਾ ਰਹੇ ਸਨ ਕਿ ਇਹਨਾਂ ਮਹਾਂਪੁਰਖਾਂ ਕੋਲ ਰਹਿ ਕਰਕੇ ਜਿਹੜਾ ਸਿਮਰਨ ਕਰਨ ਦਾ ਆਨੰਦ ਬਣਿਆ ਉਹ ਵੱਖਰਾ ਹੀ ਆਨੰਦ ਸੀ। ਉਹਨਾਂ ਦੇ ਜੀਵਨ ਦੇ ਅੰਦਰ ਸਾਧ ਸੰਗਤ ਜੀ ਐਸੀਆਂ 7 ਜਿਹੜੀਆਂ ਅਵਸਥਾਵਾਂ ਦੇ ਡੰਡੇ ਮਹਾਂਪੁਰਖ ਦੀ ਜ਼ਿੰਦਗੀ ਵਿੱਚੋਂ ਪ੍ਰਾਪਤ ਹੁੰਦੇ ਨੇ। ਬਾਕੀ ਸੰਤ ਫਿਰ ਉਹ ਕੀ ਕਰਦਾ, ਜਿਹੜਾ ਪਹਿਲੀ ਅਵਸਥਾ ਵਿੱਚ ਖੜਾ ਉਹਦੀ ਉਂਗਲ ਫੜ ਕੇ ਜਿਵੇਂ ਬੱਚੇ ਨੂੰ ਦੂਜੀ ਪੌੜੀ ਤੇ ਪਿਤਾ ਲੈ ਜਾਂਦਾ, ਇਉਂ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੇ ਉੱਚੇ ਜਾਨੀਐ ਨਾਨਕ ਨਾਮ ਪਿਆਰ। ਮੇਰੇ ਵਰਗਾ ਕੋਈ ਆ ਜਾਂਦਾ ਰੰਗੀ ਹੋਈ ਰੂਹ ਦੇ ਕੋਲ, ਵੇਖਦੇ ਨੇ ਵੀ ਹਾਲੇ ਤੇ ਤੁਰਿਆ ਵੀ ਨਹੀਂ ਇਸ ਪਾਸੇ, ਫਿਰ ਉਹਨੂੰ ਪ੍ਰੇਰਣਾ ਦੇ ਕੇ ਹੌਲੀ ਹੌਲੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਸੁਣਾ ਕਰਕੇ ਸੰਗਤ ਵਿੱਚ ਬਿਠਾ ਕੇ ਉਹਨੂੰ ਵੀ ਚਲਾ ਲੈਂਦੇ ਨੇ ਪਰਮਾਰਥ ਦੇ ਰਸਤੇ ਵੱਲ। ਜਦੋਂ ਕੋਈ ਅਵਸਥਾ ਬਣ ਗਈ, ਕੋਈ ਰਿੱਧੀ ਸਿੱਧੀ ਬੰਦੇ ਨੂੰ ਸ਼ਕਤੀ ਮਿਲ ਜਾਂਦੀ, ਕਹਿੰਦਾ ਮੇਰੀਆਂ ਤੇ ਰੱਬ ਨਾਲ ਗੱਲਾਂ ਹੋਣ ਲੱਗ ਪਈਆਂ, ਮੈਂ ਤਾਂ ਪਰਮਾਤਮਾ ਨੂੰ ਮਿਲ ਗਿਆ, ਮੇਰੇ ਤਾਂ ਬੋਲ ਸੱਚੇ ਹੋਣ ਲੱਗ ਪਏ। ਫਿਰ ਸੰਤ ਕਹਿੰਦਾ ਕਮਾਈ ਵਾਲਾ ਨਹੀਂ ਭਾਈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਇਹ ਤਾਂ ਰਿੱਧੀਆਂ ਸਿੱਧੀਆਂ ਨੇ ਆ ਕਰਕੇ ਤੇਰੇ ਸਾਹਮਣੇ ਅੜਿੱਕਾ ਬਣ ਕੇ ਖੜ ਗਈਆਂ, ਇੱਥੇ ਨਹੀਂ ਰੁਕ ਜਾਣਾ, ਅੱਗੇ ਤੁਰ। ਫਿਰ ਬੰਦੇ ਨੂੰ ਇੱਛਾ ਹੁੰਦੀ ਮਨ ਵਿੱਚ ਵੀ ਮੇਰੀ ਅਵਸਥਾ ਇਹ ਬਣੀ ਰਹੇ। ਇੱਕ ਪੌੜੀ ਤੇ ਬੱਚਾ ਚੜਿਆ, ਉਹ ਸੋਚਦਾ ਵੀ ਇਹਦੇ ਉੱਪਰ ਕੁਝ ਵੀ ਨਹੀਂ ਹੈ। ਦੂਜੀ ਪੌੜੀ ਤੇ ਜਾ ਕੇ ਕਹਿੰਦਾ ਮੈਂ ਹੋਰ ਉੱਚਾ ਹੋ ਗਿਆ, ਹੁਣ ਤੀਜੀ ਪੌੜੀ ਨਹੀਂ ਹੋਵੇਗੀ। ਤੇ ਜਦੋਂ ਹੌਲੀ ਹੌਲੀ ਫਿਰ ਪਿਤਾ ਦੀ ਉਂਗਲ ਫੜ ਕੇ ਕੋਠੇ ਤੇ ਮੰਜ਼ਲ ਤੇ ਚਲਿਆ ਜਾਂਦਾ, ਫਿਰ ਆਨੰਦ ਹੀ ਵੱਖਰਾ ਹੈ। ਇਉਂ ਸਿਮਰਨ ਕਰਨ ਵੱਲ ਨੂੰ ਜਿਹੜਾ ਕੋਈ ਤੁਰਦਾ ਹੈ ਕਿਸੇ ਗੁਰਮੁਖ ਮਹਾਂਪੁਰਖ ਦੀ ਸੰਗਤ ਵਿੱਚ ਪੈ ਕਰਕੇ, ਫਿਰ ਉਹਨੂੰ ਐਸੀਆਂ ਅਵਸਥਾਵਾਂ ਕੱਲੀ ਕੱਲੀ ਵਿਖਾਉਂਦੇ ਵੀ ਜਾਂਦੇ ਨੇ ਤੇ ਕਹਿ ਦਿੰਦੇ ਇਹ ਵੀ ਤੇਰੀ ਮੰਜ਼ਿਲ ਨਹੀਂ ਹੈ। ਤੁਰਿਆ ਪਦ ਦੇ ਵਿੱਚ ਜਾ ਕੇ ਟਿਕਾ ਦੇਣਾ, ਜਿਸ ਤੁਰਿਆ ਨੂੰ ਆਤਮ ਭੂਪਤ ਕੀ ਇਹ ਪੁਰੀਆ, ਜਾਗਤ ਸੁਪਨ ਸਖੋਪਤ ਤੁਰਿਆ, ਤੇ ਆਤਮ ਭੂਪਤ ਕੀ ਇਹ ਪੁਰੀਆ, ਜਿੱਥੇ ਆਤਮਾ ਰੂਪ ਰਾਜੇ ਦਾ ਨਿਵਾਸ ਹੈ ਉਹਨੂੰ ਤੁਰਿਆ ਅਵਸਥਾ ਕਹਿੰਦੇ ਨੇ। ਉੱਥੇ ਤੱਕ ਲੈ ਜਾਣਾ ਇਹ ਤਾਂ ਕਿਸੇ ਕਮਾਈ ਵਾਲੇ ਮਹਾਂਪੁਰਖ ਦੇ ਹਿੱਸੇ ਆਉਂਦਾ ਹੈ। ਇਹ 7 ਜਿਹੜੀਆਂ ਅਵਸਥਾਵਾਂ ਗਿਆਨ ਦੀਆਂ ਭੂਮਿਕਾ ਦੇ ਡੰਡੇ ਮਹਾਂਪੁਰਖ ਦੀ ਜ਼ਿੰਦਗੀ ਵਿੱਚੋਂ ਮਿਲਦੇ ਨੇ। ਫਿਰ ਡੰਡਿਆਂ ਅਤੇ ਬਾਂਸਾਂ ਨੂੰ ਜੋੜਨ ਦੇ ਵਾਸਤੇ ਕਿੱਲ ਹੁੰਦੇ ਮੇਖਾਂ ਹੋਇਆ ਕਰਦੀਆਂ, ਤੇ ਸੰਤ ਦੀ ਜ਼ਿੰਦਗੀ ਵਿੱਚ ਜਿਹੜੇ ਸ਼ੁਭ ਗੁਣ ਹਨ, ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਕਰਨਾ, ਮੁਦਤਾ, ਪੇਖਿਆ, ਮੈਤਰਤਾ, ਇਹ ਜਿਹੜੇ ਦੈਵੀ ਗੁਣ ਨੇ ਇਹ ਕਿੱਲਾਂ ਦੀ ਨਿਆਈ ਸ਼ੋਭਾ ਪਾਉਂਦੇ ਨੇ। ਕੱਲਾ ਕੱਲਾ ਗੁਣ ਉਸ ਮਹਾਂਪੁਰਖ ਦੀ ਜ਼ਿੰਦਗੀ ਵਿੱਚੋਂ ਡੁੱਲ ਡੁੱਲ ਕੇ ਪੈਂਦਾ ਹੈ। ਇਸ ਲਈ ਐਸੇ ਮਹਾਂਪੁਰਖ ਦਾ ਜਦੋਂ ਕੋਈ ਜੀਵਨ ਬਣ ਜਾਂਦਾ, ਇਹ ਸਾਰੇ ਗੁਣ ਆ ਜਾਂਦੇ, ਉਹਦਾ ਜੀਵਨ ਫਿਰ ਸਾਡੇ ਵਰਗੇ ਲੋਕਾਂ ਲਈ ਪੌੜੀ ਦਾ ਕੰਮ ਕਰਦਾ ਹੈ। ਜਿਹੜਾ ਮੇਰੇ ਵਰਗਾ ਹੰਕਾਰ ਦੇ ਕੋਠੇ ਤੇ ਚੜ੍ਹਿਆ, ਸੰਤ ਦੇ ਬਚਨ ਪੌੜੀ ਵਾਂਗ ਉਹਨੂੰ ਨਿਮਰਤਾ 'ਚ ਲੈ ਆਉਂਦੇ ਨੇ। ਜਿਹੜਾ ਕੋਈ ਨਿਮਰਤਾ ਵਿੱਚ ਖੜਾ ਭਾਵਨਾ ਵਾਲਾ, ਸਾਧੂ ਦਾ ਇੱਕੋ ਬੋਲਿਆ ਬਚਨ ਦਿੱਤੀ ਆਸੀਸ, ਉਹਨੂੰ ਉੱਚੀਆਂ ਮੰਜ਼ਲਾਂ ਤੱਕ, ਉੱਚੀਆਂ ਪਦਵੀਆਂ ਤੱਕ ਲੈ ਜਾਂਦੇ ਨੇ। ਕਿਉਂਕਿ ਜਿਹਦੀ ਕਮਾਈ ਹੈ ਸਾਧ ਸੰਗਤ, ਗੱਲ ਤਾਂ ਉਹਦੇ ਕੋਲੋਂ ਬਣੇਗੀ। ਉਹਨਾਂ ਮਹਾਂਪੁਰਖਾਂ ਨੇ, ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀਆਂ ਨੇ ਸਾਰਾ ਆਪਣਾ ਜਿਹੜਾ ਜੀਵਨ ਹੈ, ਦੇਖੋ ਕਿਵੇਂ ਪਰਉਪਕਾਰ ਦੇ ਵਾਸਤੇ ਲੇਖੇ ਲਾਇਆ। ਅਖੀਰਲੇ ਸਮੇਂ ਜਦੋਂ ਸਰੀਰ ਬਹੁਤਾ ਢਿੱਲਾ ਵੀ ਹੋ ਚੁੱਕਿਆ ਸੀ, ਉਸ ਵੇਲੇ ਵੀ ਕਿੰਨਾ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਇਹ ਨਹੀਂ ਛੱਡਿਆ
ਕਿਉਂਕਿ ਸਾਧੂਆਂ ਦੀਆਂ ਡਿਊਟੀਆਂ ਹੋਇਆ ਕਰਦੀਆਂ ਮਹਾਂਪੁਰਖਾਂ ਦੀਆਂ। ਕਿਸੇ ਨੇ ਸਿਮਰਨ ਕਰਵਾਉਣਾ, ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀਆਂ ਡਿਊਟੀਆਂ ਨੇ, ਤੇ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਤੇ ਟੋਕਰੀ ਚੁੱਕੀ ਜਾਣੀ। ਕਿਸੇ ਮਹਾਂਪੁਰਖ ਨੂੰ ਬ੍ਰਹਮ ਗਿਆਨ ਦੀਆਂ ਵਿਦਿਆ ਪੜ੍ਹਾਉਣ ਦੀਆਂ ਡਿਊਟੀਆਂ, ਜਿਵੇਂ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਤਿਆਗ ਵੈਰਾਗ ਦਾ ਸਰੂਪ, ਤੇ ਉਹਨਾਂ ਦੇ ਵਰਗੀ ਬ੍ਰਹਮ ਵਿਦਿਆ ਨਹੀਂ ਕਿਸੇ ਕੋਲ ਹੋਵੇਗੀ। ਉਹਨਾਂ ਦੀਆਂ ਡਿਊਟੀਆਂ ਇਸੇ ਪ੍ਰਕਾਰ ਇਸ ਸਥਾਨ ਤੇ ਮਹਾਂਪੁਰਖਾਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ ਕਿ ਗੁਰਬਾਣੀ ਦਾ ਜਿਹੜਾ ਕੀਰਤਨ ਰਾਗਾਂ ਦੇ ਵਿੱਚ ਗਾਇਆ ਜਾਵੇ। ਰਾਗ ਮਾਲਾ ਉਚਾਰੀ ਹੈ ਸਤਿਗੁਰੂ ਜੀ ਨੇ। ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਗਏ, ਲੋਕਾਂ ਨੇ ਕਿਹਾ ਸੀ ਉੱਥੋਂ ਦੇ ਪੀਰ ਦਸਤਗੀਰ ਨੇ, ਇੱਥੇ ਰਾਗ ਗਾਉਣ ਦੀ ਮਨਾਹੀ ਹੈ, ਕੋਈ ਰਾਗ ਨਹੀਂ ਗਾ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਪੀਰ ਜੀ ਰਾਗ ਦਾ ਕੀ ਕਸੂਰ ਹੈ? ਰਾਗ ਤਾਂ ਇੱਕ ਬਰਤਨ ਵਰਗਾ ਹੈ, ਜਿਵੇਂ ਸੋਨੇ ਦਾ ਬਰਤਨ ਹੋਵੇ, ਉਹਦੇ ਵਿੱਚ ਦੁੱਧ ਪਾ ਕੇ ਪੀਵੇ ਬੰਦੇ ਨੂੰ ਤਾਕਤ ਵੀ ਮਿਲਦੀ ਤੇ ਸੋਭਾ ਵੀ ਹੁੰਦੀ ਹੈ। ਸੋਨੇ ਦੇ ਬਰਤਨ ਵਿੱਚ ਜ਼ਹਿਰ ਪਾ ਕੇ ਪੀਵੇ ਤੇ ਉਹਦੀ ਮੌਤ ਵੀ ਹੋ ਜਾਂਦੀ। ਇਸੇ ਤਰ੍ਹਾਂ ਜਿਹੜਾ ਰਾਗ ਹੈ ਸੋਨੇ ਦੇ ਬਰਤਨ ਵਰਗਾ ਹੈ। ਜਦੋਂ ਕੋਈ ਇਸ ਰਾਗ ਵਿੱਚ ਜ਼ਹਿਰ ਦੀ ਨਿਆਈ ਗੰਦੇ ਗੀਤ ਪਾ ਕੇ, ਸਿੱਠਣੀਆਂ ਗੰਦੀਆਂ ਬੋਲੀਆਂ ਨੂੰ ਰਾਗਾਂ ਵਿੱਚ ਪਾ ਕੇ ਗਾਵੇਗਾ, ਜੀਵਨ ਬਰਬਾਦ ਹੋ ਜਾਣਾ ਹੈ ਤੇ ਜੀਵ ਦੀ ਅਧਿਆਤਮਕ ਵੀ ਸਰੀਰਕ ਮੌਤ ਵੀ ਹੋ ਜਾਣੀ। ਜਦੋਂ ਇਸ ਰਾਗ ਸੋਨੇ ਦੇ ਭਾਂਡੇ ਵਿੱਚ ਕੋਈ ਗੁਰੂ ਦੀ ਬਾਣੀ ਨੂੰ ਪਾ ਕੇ ਗਾਵੇਗਾ ਤੇ ਉਹਦੇ ਨਾਲ ਅਧਿਆਤਮਕ ਖੁਰਾਕ ਵੀ ਮਿਲੇਗੀ ਤੇ ਵਡਿਆਈ ਵੀ ਹੋਵੇਗੀ। ਵੀ ਬੜੀ ਕਮਾਲ ਦੀ ਗੱਲ, ਇਹ ਤਾਂ ਰਾਗੀ ਸਿੰਘ ਰਾਗਾਂ ਵਿੱਚ ਕੀਰਤਨ ਕਰਦੇ ਨੇ। ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਖਾਂ ਨਾਲ ਬਚਨ ਹੋ ਰਹੇ ਸਨ ਕਿ ਜਿਹੜੀਆਂ ਐਸੀਆਂ ਦੇਣਾ ਨੇ ਇਸ ਸਥਾਨ ਦੀਆਂ, ਤਖਤ ਸਾਹਿਬਾਨਾਂ ਦੇ ਉੱਪਰ ਇੱਥੋਂ ਦੇ ਰਾਗੀ ਮਹਾਂਪੁਰਖਾਂ ਦੇ ਬਣਾਏ ਸੇਵਾਵਾਂ ਕਰ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇੱਥੋਂ ਮਹਾਂਪੁਰਖਾਂ ਦੇ ਬਣਾਏ ਹੋਏ ਜਿਹੜੇ ਆਪਣੇ ਵਿਦਿਆਰਥੀ ਉੱਚ ਕੋਟੀ ਦੇ ਰਾਗੀ ਅੱਜ ਸੇਵਾਵਾਂ ਨਿਭਾ ਰਹੇ ਨੇ। ਪੰਥ ਨੇ ਬਹੁਤ ਵੱਡਾ ਮਾਣ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਂਪੁਰਖਾਂ ਨੂੰ ਸ਼੍ਰੋਮਣੀ ਗੁਰਮਤ ਸੰਗੀਤ ਪ੍ਰਚਾਰਕ ਦਾ, ਕਿਉਂਕਿ ਬੜੀ ਘਾਲਣਾ ਸੀ ਉਹਨਾਂ ਮਹਾਂਪੁਰਖਾਂ ਦੀ, ਬੜੀ ਉਹਨਾਂ ਨੇ ਕਮਾਈ ਕੀਤੀ। ਰਾਗਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਤੇ ਦੇਣਾ ਵੀ ਚਾਹੀਦਾ ਹੈ। ਰਾਗ ਮਾਲਾ ਕਿਉਂ ਲਿਖੀ ਸੀ ਗੁਰੂ ਅਰਜਨ ਸਾਹਿਬ ਜੀ ਨੇ? ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਮੁੰਦਾਵਣੀ ਤੱਕ ਗੁਰਬਾਣੀ ਲਿਖ ਚੁੱਕੇ ਨੇ ਤੇ ਰਾਗ ਸਾਰੇ ਆਪਣੇ ਦੇਸ਼ਾਂ ਦੇ ਵਿੱਚੋਂ ਪਤਨੀਆਂ ਬੱਚਿਆਂ ਨੂੰ ਪੁੱਤਰਾਂ ਨੂੰ ਲੈ ਕੇ ਆਏ ਤੇ ਕਹਿਣ ਲੱਗੇ, ਮਹਾਰਾਜ ਸਾਡੇ ਅੰਗ ਭੰਗ ਕਰ ਦਿੱਤੇ ਨੇ ਗਾਉਣ ਵਾਲਿਆਂ ਨੇ, ਕੋਈ ਸਮਾਂ ਨਹੀਂ ਵੇਖਦੇ, ਕੋਈ ਰਾਗ ਦਾ ਗਿਆਨ ਨਹੀਂ ਹੈ, ਤੇ ਜਦੋਂ ਮਨ ਕਰਦਾ ਕਿਵੇਂ ਨਾ ਕਿਵੇਂ ਗਾਉਂਦੇ, ਸਾਡੇ ਅੰਗ ਤੋੜੇ ਪਏ ਨੇ। ਮਹਾਰਾਜ ਕਿਰਪਾ ਕਰੋ, ਸਾਡੇ ਰਾਗਾਂ ਦੀ ਤਰਤੀਬ ਬਣਾ ਕੇ ਦਿਓ ਤਾਂ ਕਿ ਸਾਨੂੰ ਤਰਤੀਬਵਾਰ ਗਾਇਆ ਜਾਵੇ। ਫਿਰ ਸਤਿਗੁਰੂ ਜੀ ਨੇ ਕਿਹਾ ਸੀ, ਭਾਈ ਗੁਰਦਾਸ ਜੀ ਪੁੱਛੋ ਇਹਨਾਂ ਦੇ ਨਾਮ, ਇਹਨਾਂ ਦੇ ਪੁੱਤਰਾਂ ਦੇ ਨਾਮ, ਪਤਨੀਆਂ ਦੇ ਨਾਮ। ਖਾਸਟ ਰਾਗ ਉਨ ਗਾਏ ਸੰਗ ਰਾਗਨੀ 30, ਸਭੈ ਪੁੱਤਰ ਰਾਗਨ ਕੇ 18 10 20। ਰਾਗ ਮਾਲਾ ਸਤਿਗੁਰੂ ਪਾਤਸ਼ਾਹ ਨੇ ਉਚਾਰੀ, ਤਰਤੀਬਾਂ ਦਿੱਤੀਆਂ, ਰਾਗਾਂ ਨੂੰ ਸਤਿਕਾਰ ਦਿੱਤੇ, ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀ ਮਹਾਂਪੁਰਖਾਂ ਨੇ। ਬੜਾ ਉਹਨਾਂ ਨੇ ਮਹਾਨ ਐਸਾ ਗੁਰਮਤਿ ਦਾ ਪ੍ਰਚਾਰ ਕੀਤਾ। ਜੀਵਨ ਵੀ ਉਹਨਾਂ ਦਾ ਬੜੀ ਨਿਮਰਤਾ ਵਾਲਾ, ਤੇ ਜਿਹੜੇ ਸਿੰਘ ਕੋਲ ਰਹਿੰਦੇ ਸਨ, ਕਿਸੇ ਸਿੰਘ ਨੂੰ ਘੂਰਨਾ ਹੁੰਦਾ, ਉਹਦੇ ਕੰਨ ਵਿੱਚ ਇਸ ਤਰ੍ਹਾਂ ਦੇ ਬਚਨ ਕਹਿਣੇ, ਤੀਜੇ ਬੰਦੇ ਨੂੰ ਇੰਜ ਲੱਗਣਾ ਵੀ ਇਹ ਤਾਂ ਬਹੁਤ ਪਿਆਰ ਦੇ ਬਚਨ ਕਹਿ ਰਹੇ ਨੇ। ਉਹੀ ਸਿੰਘ ਜਾਣਦਾ ਸੀ ਕਿ ਕੀ ਸ਼ਬਦ ਮੈਨੂੰ ਕਹਿ ਕੇ ਮਹਾਂਪੁਰਖਾਂ ਨੇ ਵਰਜਿਆ, ਇਸ ਲਈ ਇੰਨਾ ਪਿਆਰ ਦਿੱਤਾ। ਵਿਦਿਆਰਥੀਆਂ ਨੂੰ ਘੂਰਨਾ ਵੀ ਪੈਂਦਾ, ਮਾਤਾ ਪਿਤਾ ਡਾਂਟਦੇ ਨੇ, ਕੁੱਟਦੇ, ਮਾਰਦੇ, ਹੁੰਦਾ ਬੱਚੇ ਦੇ ਭਲੇ ਵਾਸਤੇ ਹੈ। ਉਹਨਾਂ ਸਤਿਪੁਰਖਾਂ ਦੀ ਅੱਜ ਆਪਾਂ ਸਾਲਾਨਾ 16ਵੀਂ ਸਿਮਰਤੀ ਦੇ ਸੰਬੰਧ ਵਿੱਚ ਜੁੜੇ ਹਾਂ।
ਕਈ ਰੋਜ਼ ਤੋਂ ਲੈ ਕੇ ਇਹ ਗੁਰਮਤਿ ਸਮਾਗਮ ਚੱਲਦੇ ਆ ਰਹੇ ਨੇ। ਦਾਸ ਨੇ ਸਵੇਰੇ ਹਾਜ਼ਰੀ ਭਰਨੀ ਸੀ, ਪਰੰਤੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾਵਾਂ ਡਿਊਟੀਆਂ ਹੋਣ ਕਰਕੇ ਫਿਰ ਸਮਾਂ ਹੁਣ ਮਿਲਿਆ ਵੀ ਮਹਾਂਪੁਰਖਾਂ ਦੇ ਜਾ ਕੇ ਸਥਾਨਾਂ ਤੇ ਹਾਜ਼ਰੀ ਲਗਵਾ ਲਈਏ। ਆਪ ਸਮੁੱਚੀਆਂ ਸੰਗਤਾਂ ਨੇ ਦਾਸ ਦੀ ਹਾਜ਼ਰੀ ਪ੍ਰਵਾਨ ਕਰਨੀ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਖ, ਜਿਹੜੇ ਅੱਜ ਉਹਨਾਂ ਵੱਡੇ ਮਹਾਂਪੁਰਖਾਂ ਦੇ ਪਾਏ ਪੂਰਨਿਆਂ ਤੇ ਚੱਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਣਾ ਜੀਵਨ ਸਤਿਗੁਰੂ ਨੂੰ ਸਮਰਪਿਤ ਕਰਕੇ ਪਰਉਪਕਾਰ ਦੇ ਕਾਰਜ ਕਰ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਬਖਸ਼ਿਸ਼ ਕਰਨ, ਇਹਨਾਂ ਸਥਾਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਮਹਾਂਪੁਰਖਾਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ। ਬਹੁਤ ਵੱਡੀਆਂ ਜਿਹੜੀਆਂ ਸੇਵਾਵਾਂ ਜਿਵੇਂ ਪਾਈਆਂ ਸਤਿਗੁਰੂ ਜੀ ਨੇ, ਆਪ ਹੀ ਸਤਿਗੁਰੂ ਪਾਤਸ਼ਾਹ ਇਹ ਸੇਵਾਵਾਂ ਕਰਵਾਉਂਦੇ ਰਹਿਣ। ਬਹੁਤ ਵੱਡੀਆਂ ਆਸਾਂ ਹੁੰਦੀਆਂ, ਸੰਪਰਦਾਵਾਂ ਤੋਂ ਟਕਸਾਲਾਂ ਤੋਂ ਸਿੱਕੇ ਘੜੇ ਜਾਂਦੇ ਨੇ। ਪੁਰਾਣੇ ਸਮੇਂ ਕਾਲਜਾਂ ਦੇ ਵਿਦਿਆਰਥੀ ਨਹੀਂ ਹੋਇਆ ਕਰਦੇ ਸੀ। ਦੇਖੋ ਪੁਰਾਣੇ ਸਮੇਂ ਡੇਰਿਆਂ ਵਿੱਚ ਰਹਿ ਕੇ ਵਿਦਿਆ ਪੜ੍ਹੀ ਗਿਆਨੀ ਗਿਆਨ ਸਿੰਘ ਜੀ ਵਰਗਿਆਂ ਨੇ। ਪੰਥ ਪ੍ਰਕਾਸ਼ ਉਹਨਾਂ ਨੇ ਲਿਖ ਕੇ ਰੱਖ ਦਿੱਤਾ। ਅੱਜ ਕਿਹੜਾ ਕੋਈ ਏਡਾ ਕਵੀ ਕੋਈ ਸ਼ਲੋਕ ਨਹੀਂ ਉਚਾਰਨ ਕਰ ਸਕਦਾ। ਤੇ ਸਾਧ ਸੰਗਤ ਅਫਸੋਸ ਹੈ, ਤੇ ਪੁਰਾਣੇ ਸਮੇਂ ਵਿੱਚ ਮੁਹਾਰਨੀ ਧਰਤੀ ਤੇ ਲਿਖਾ ਕਰਕੇ ਉੱਚ ਕੋਟੀ ਦੇ ਵਿਦਵਾਨ ਬਣਾਏ ਜਾਂਦੇ ਸਨ। ਅੱਜ ਸਾਧਨ ਬੜੇ ਹੋ ਚੁੱਕੇ ਨੇ, ਪਰੰਤੂ ਗੁਰਮਤਿ ਦੀ ਵਿਦਿਆ, ਕੀਰਤਨ ਦੀ, ਗੁਰਬਾਣੀ ਦੀ ਵਿਦਿਆ ਇਹ ਸਥਾਨਾਂ ਤੋਂ ਅਲੋਪ ਹੁੰਦੀ ਜਾ ਰਹੀ ਹੈ। ਫਿਰ ਸਮਾਂ ਬੜਾ ਖਤਰਨਾਕ ਅੱਗੇ ਆਵੇਗਾ। ਨਿਸ਼ਰਦਕ ਪੁਣਾ ਫੈਲ ਜਾਣਾ, ਨਾਸਤਕ ਪੁਣਾ ਸਾਰੀ ਧਰਤੀ ਤੇ ਫੈਲ ਜਾਵੇਗਾ। ਫਿਰ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਲਈ ਮਹਾਂਪੁਰਖਾਂ ਦੇ ਸਥਾਨਾਂ ਤੇ ਆਪਣੇ ਬੱਚਿਆਂ ਨੂੰ ਸੰਥਾ ਵਾਸਤੇ ਭੇਜਿਆ ਕਰੋ। ਕੀਰਤਨ ਦੀ ਸਿਖਲਾਈ ਵਾਸਤੇ ਮਹਾਂਪੁਰਖਾਂ ਕੋਲ ਆਪਣੇ ਬੱਚਿਆਂ ਨੂੰ ਛੱਡੋ, ਤਾਂ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਦੇਸ਼, ਕੌਮ ਤੇ ਪੰਥ ਦੀਆਂ ਗੁਰ ਸਥਾਨਾਂ ਦੀਆਂ ਮਹਾਨ ਜਿਹੜੀਆਂ ਸੇਵਾਵਾਂ ਕਰ ਸਕਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਰਹਿਮਤ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣਾ ਮਿਹਰ ਭਰਿਆ ਸਾਰਿਆਂ ਦੇ ਸਿਰ ਤੇ ਹੱਥ ਰੱਖਣ। ਦਾਸ ਦਾ ਇੰਨਾ ਕੁ ਸਮਾਂ ਆਪ ਸੰਗਤਾਂ ਨੇ ਪ੍ਰਵਾਨ ਕਰ ਲੈਣਾ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।